ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਹਰਿੰਦਰਪਾਲ ਸਿੰਘ ਹੋਰਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ, ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਬਾਰੇ ਇਹ ਸਰਟੀਫਿਕੇਟ ਕੋਰਸ ਬੜੀ ਕਾਮਯਾਬੀ ਨਾਲ ਔਰ ਬਹੁਤ ਹੁਮਾ ਕੇ ਚੱਲ ਰਿਹਾ। ਨਾਲ ਹੀ ਵਧਾਈ ਦੇਣਾ ਚਾਹਾਂਗਾ ਸਰਦਾਰ ਮਨਜੀਤ ਸਿੰਘ ਜੀ, ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਸਾਥੀ ਪਰਮਜੀਤ ਸਿੰਘ ਰਾਣਾ ਔਰ ਹੋਰ ਸਾਥੀਆਂ ਨੂੰ, ਜਿਨ੍ਹਾਂ ਨੇ ਇਸ ਕੋਰਸ ਦੀ ਇੱਕ ਲਿਹਾਜ਼ ਨਾਲ ਮੈਂ ਕਹਿ ਸਕਦਾ ਕਿ ਸਰਪ੍ਰਸਤੀ ਕੀਤੀ ਹੈ ਔਰ ਗੁਰਦੁਆਰਾ ਕਮੇਟੀ ਵੱਲੋਂ ਇਸ ਨੂੰ ਪੂਰਾ ਸਪੋਰਟ ਕਰ ਰਹੇ ਨੇ। ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਤੁਹਾਨੂੰ ਸਾਰਿਆਂ ਨੂੰ ਬਹੁਤ ਮੁਬਾਰਕ ਹੈ। ਜਿਹੜੀ ਗੱਲ ਚੱਲ ਰਹੀ ਸੀ, ਜਦੋਂ ਇਹ ਕੋਰਸ ਕੋਇਨ ਕੀਤਾ ਗਿਆ, ਉਸ ਵੇਲੇ ਇੱਕ ਗੱਲ ਮਨ ਵਿੱਚ ਸੀ ਕਿ ਜਿਹੜੇ ਸਾਡੀ ਯੰਗ ਜਨਰੇਸ਼ਨ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਬਣਤਰ ਬਾਰੇ, ਗੁਰੂ ਗ੍ਰੰਥ ਸਾਹਿਬ ਵਿੱਚ ਸਮੋਏ ਸੰਦੇਸ਼ ਬਾਰੇ, ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੀ ਬਾਣੀ ਹੈ ਉਹਦੇ ਵਿੱਚੋਂ ਨਿਕਲਦੇ ਸਿਧਾਂਤ, ਸੰਕਲਪ, ਵਿਚਾਰ, ਉਹਨਾਂ ਬਾਰੇ ਇੱਕ ਮੋਟਾ ਜਿਹਾ ਆਈਡੀਆ ਸਾਡੇ ਬੱਚਿਆਂ ਨੂੰ ਪ੍ਰਾਪਤ ਹੋ ਜਾਏ। ਗੱਲ ਬੱਚਿਆਂ ਤੋਂ ਸ਼ੁਰੂ ਹੋਈ ਸੀ, ਪਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਕਿ ਬਹੁਤ ਸਾਰੇ ਵੱਡੀ ਉਮਰ ਦੇ ਲੋਕ ਔਰ ਖ਼ਾਸ ਤੌਰ 'ਤੇ ਬੀਬੀਆਂ ਔਰ ਬਜ਼ੁਰਗ, ਜਦੋਂ ਮੈਂ ਉਹਨਾਂ ਨੂੰ ਦੇਖਦਾ ਇਸ ਕੋਰਸ ਵਿੱਚ ਤਾਂ ਮੈਨੂੰ ਲੱਗਿਆ ਕਿ ਸਾਡੀ ਸੋਚ ਸ਼ਾਇਦ ਪੂਰੀ ਤਰ੍ਹਾਂ ਠੀਕ ਨਹੀਂ ਸੀ। ਅਸੀਂ ਸੋਚਿਆ ਸੀ ਕਿ ਬੱਚਿਆਂ ਨੂੰ ਇਹ ਕੋਰਸ ਕਰਾਵਾਂਗੇ, ਪਰ ਇੱਕ ਕਿਸਮ ਦੀ ਜਿਗਿਆਸਾ ਜਿਹੜੀ ਹੈ ਉਹ ਬਹੁਤ ਸਾਰੇ ਲੋਕਾਂ ਵਿੱਚ ਮੌਜੂਦ ਸੀ। ਉਹ ਉਸੇ ਗੱਲ ਦਾ ਇਹ ਸਬੂਤ ਹੈ ਕਿ ਜਦੋਂ ਅਸੀਂ ਕਲਾਸਰੂਮ ਵਿੱਚ ਦੇਖਦੇ ਹਾਂ ਤਾਂ ਵੀ ਬਹੁਤ ਸਾਰੇ ਬੱਚੇ ਔਰ ਬਜ਼ੁਰਗ, ਬੀਬੀਆਂ, ਭੈਣਾਂ, ਮਾਤਾਵਾਂ ਔਰ ਹਰ ਤਰ੍ਹਾਂ ਦਾ ਏਜ ਗਰੁੱਪ ਜਿਹੜਾ ਹੈ ਉਹ ਇਸ ਕੋਰਸ ਨੂੰ ਕਰ ਰਿਹਾ ਹੈ। ਇਹ ਮੇਰੇ ਵਾਸਤੇ ਉਚੇਚੇ ਖੁਸ਼ੀ ਦੀ ਗੱਲ ਹੈ ਔਰ ਮੈਂ ਬਹੁਤ ਬਹੁਤ ਮੁਬਾਰਕ ਦੇਣਾ। ਮੈਨੂੰ ਹਰਿੰਦਰਪਾਲ ਸਿੰਘ ਜੀ ਨੇ ਕਿਹਾ ਕੁਝ ਸਮਾਂ ਬੋਲਣ ਲਈ, ਮੈਂ 10-15 ਮਿੰਟ ਤੁਹਾਡੇ ਨਾਲ ਇੱਕ ਅੱਧਾ ਨੁਕਤਾ ਸਾਂਝਾ ਕਰਾਂਗਾ। ਗੱਲ ਚੱਲ ਹੀ ਰਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਨਿਵੇਕਲਾ ਸੰਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਵਿਚਾਰ ਨੇ, ਸੰਕਲਪ ਨੇ, ਸਿਧਾਂਤ ਨੇ, ਉਹਨਾਂ ਦੀ ਆਪਣੀ ਇੱਕ ਮੁਕਾਮ ਹੈ। ਦੁਨੀਆ ਦੇ ਸਾਰੇ ਧਰਮ ਗ੍ਰੰਥ, ਮੈਂ ਬਾਰ-ਬਾਰ ਕਹਿੰਦਾ ਕਿ ਸਤਿਕਾਰਯੋਗ ਨੇ, ਹਰ ਧਰਮ ਗ੍ਰੰਥ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਪਰ ਇਸ ਗੱਲ ਵਿੱਚ ਕੋਈ ਅਤਕਥਨੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਇੱਕ ਧਰਮ ਗ੍ਰੰਥ ਦੇ ਰੂਪ ਵਿੱਚ ਧਰਮ ਗ੍ਰੰਥਾਂ ਦੀ ਦੁਨੀਆ ਵਿੱਚ ਇੱਕ ਨਿਵੇਕਲਾ ਮੁਕਾਮ ਰੱਖਦਾ ਹੈ। ਔਰ ਇਹਦੇ ਵਿੱਚ ਜਿਹੜਾ ਇਸ ਗ੍ਰੰਥ ਨੂੰ ਪੜ੍ਹੇਗਾ, ਇਸ ਦੀ ਤਰਬੀਅਤ ਨੂੰ ਹਾਸਲ ਕਰੇਗਾ, ਇਸ ਦੀ ਸਿੱਖਿਆਵਾਂ ਨੂੰ ਧਾਰਨ ਕਰੇਗਾ ਜਾਂ ਗਿਆਨ ਹਾਸਲ ਕਰੇਗਾ, ਉਸ ਨੂੰ ਇਸ ਗੱਲ ਦੀ ਸਮਝ ਆ ਸਕਦੀ ਹੈ। ਬਹੁਤ ਸਾਰੀਆਂ ਗੱਲਾਂ ਮੈਂ ਕਰ ਵੀ ਚੁੱਕਾ, ਕਈ ਲੈਕਚਰ ਮੈਂ ਦੇ ਚੁੱਕਾ। ਅੱਜ ਮੇਰੇ ਮਨ 'ਚ ਇੱਕ ਫੁਰਨਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਇੱਕ ਖਾਸ ਮੁੱਦੇ 'ਤੇ। ਦੇਖੋ, ਸਾਰੀ ਦੁਨੀਆ ਵਿੱਚ ਔਰ ਯੂਨਾਈਟਿਡ ਨੇਸ਼ਨਸ ਤੱਕ ਇੱਕ ਮੁਹਿੰਮ ਚੱਲ ਰਹੀ ਹੈ ਔਰ ਉਸ ਮੁਹਿੰਮ ਨੂੰ ਅਸੀਂ ਕਹਿ ਰਹੇ ਹਾਂ ਅੰਤਰ ਧਰਮ ਸੰਵਾਦ, ਡਾਇਲੋਗ। ਉਹਦੀ ਇੱਕ ਮੁਹਿੰਮ ਚੱਲ ਰਹੀ ਹੈ। ਥਾਂ ਥਾਂ 'ਤੇ ਇੰਟਰਫੇਥ ਡਾਇਲੋਗ ਦੀਆਂ ਕਾਨਫਰੰਸਿਸ ਹੁੰਦੀਆਂ ਨੇ, ਥਾਂ ਥਾਂ 'ਤੇ ਇੰਟਰਫੇਥ ਡਾਇਲੋਗ ਦੀਆਂ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਨੇ। ਉਸ ਹਵਾਲੇ ਨਾਲ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਦੇਖਦਾ ਤਾਂ ਸੱਚ ਜਾਣੋ, ਮੈਨੂੰ ਇੱਦਾਂ ਲੱਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਅੰਤਰ ਧਰਮ ਸਦਭਾਵ ਔਰ ਅੰਤਰ ਧਰਮ ਸੰਵਾਦ ਦਾ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਅੰਤਰ ਧਰਮ ਸੰਵਾਦ ਦਾ ਗ੍ਰੰਥ ਹੈ, ਇੰਟਰਫੇਥ ਡਾਇਲੋਗ ਦਾ ਗ੍ਰੰਥ ਹੈ ਔਰ ਇਹਦੇ ਸਬੂਤ ਗੁਰੂ ਗ੍ਰੰਥ ਸਾਹਿਬ 'ਚੋਂ ਬਹੁਤ ਸਾਰੇ ਮਿਲ ਜਾਂਦੇ ਨੇ। ਕੁਝ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਪਹਿਲਾਂ ਇਤਿਹਾਸਕ ਤੌਰ 'ਤੇ ਮੈਂ ਸਮਝਦਾ ਕਿ ਇੰਟਰਫੇਥ ਡਾਇਲੋਗ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਔਰ ਸਿੱਖ ਪਰੰਪਰਾ ਦੇ ਹਵਾਲੇ ਨਾਲ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ। ਪਹਿਲਾ ਉਦਾਹਰਣ
वेई नदी च गुरु नानक साहब गए। वेई नदी चों काफ़ी समय बाद बाहर आए। बाहर आके जिहड़ा वाक उन्हां दे मूँह च सी, जिहड़ी गल उन्होंने, जिहड़ा नारा उन्होंने, जिहड़ा विचार उन्होंने दिता सी, वो सी ना को हिंदू ना मुसलमान। याद रखना, इंटरफेथ डायलॉग का सिख फलसफा जिहड़ा है गुरु नानक पातशाह दे एक इस वाक ते आधारित है। और कहते ने कि मौलविया ने फतवा जारी किया कि तुसी किस तरह कह सकते हो कि ना को हिंदू ना मुसलमान। और फिर गुरु नानक पातशाह नूं एक लिहाज नाल जवाब देना पिया कि क्यों ये मैं गल कही। तो उन्होंने क्या पूछया कि जे कोई हिंदू नहीं, जे कोई मुसलमान नहीं, तो फिर केड़ा राह है जिस ते चलिया जावे। तो कहते ने गुरु नानक पातशाह ने कहा सी कि रब जिहड़ा है ना हिंदू है ना मुसलमान है, इस वास्ते सानू रब की राह ते चलना चाहिए। ये जदों जवाब दिता गया तो सारे मुतमईन हो गए कि गल ते बाबा नानक ठीक कह रहे हैं। गुरु नानक पातशाह का ये वाक जिहड़ा है एक फलसफा उहदे विचों पैदा हुंदा है। मनु लगता है कि गुरु नानक पातशाह कहना चाहते सन कि हिंदू होण जां मुसलमान होण दी बहुती अहमियत नहीं, बहुती अहमियत इस गल की है तू रब की राह ते तुर रहा है कि नहीं, कि तू उस अल्लाह दे दसे मार्ग ते तुर रहा है कि नहीं, कि तू रब की जो नेमतां तैनूं प्राप्त ने उन्हां नेमतां दा सही इस्तेमाल कर रहे हैं कि नहीं। मोटे तौर पर हिंदू और मुसलमान होना बहुती अहमियत नहीं रखता, ये गुरु नानक पातशाह कहना चाहते सन। जां ये कहना चाहते सन जो मैं या तुसी सोच सकते हो कि हिंदू और मुसलमान होके आपो च लड़न की लोड़ नहीं, एक दूजे ते लांछन लाने की लोड़ नहीं, एक दूजे नूं माड़ा चंगा कहने की लोड़ नहीं। कोई इंटरफेथ वाला राह भी हो सकता है, कोई ऐसा राह भी हो सकता है। मैं बहुते उदाहरण उस दिन भाई गुरदास जी के हवाले नाल दिते सन। गंग बनारस हिंदुआ, मक्का काबा मुसलमाना, ये सारा जिहड़ा फलसफा है। तो मैं पहली गल ये कहनी चाहता कि हिंदू जां मुसलमान होने दे बहुते मायने नहीं। उन्हां दिनां दी गुरु नानक पातशाह की मैं गल करनी चाहता। मायना इस गल का है कि की तू हिंदू हुंदियां रब की राह ते तुर रहे हैं, कि तू मुसलमान हुंदियां अल्लाह की राह ते तुर रहे हैं कि नहीं। इत्थों गुरु नानक पातशाह का इंटरफेथ डायलॉग शुरू हुंदा है। ये मैं इतिहास पढ़ के अपने आप विच एक नतीजे ते पहुँचिया। इसे दी वजाहत जिहड़ी है जदों गुरु नानक पातशाह मक्के जांदे ने तां वजाहत हुंदी है। जदों उन्होंने पुछया गया, भाई गुरदास जी की वारां विच लिखिया होया है, पुछण खोल किताब नूं हिंदू वड्डा कि मुसलमान होई, तां बाबा आखे हाजिया शुभ अमलों बाजों दोनों रोई। ये फलसफा मक्के की धरती ते गुरु नानक पातशाह ने दिता कि बई वड्डा हिंदू है या मुसलमान, इहदा निबेड़ा तां जिहो जिहो कर्म करेगा उस ते होएगा। इस करके नहीं होएगा कि वो हिंदू है या वो मुसलमान है। शुभ अमलों बाजों दोनों रोई, दोहां नूं रोना पवेगा जे उन्हां दे अमाल जिहड़े ने वो अच्छे नहीं होणगे। ये संदेश लैके ना को हिंदू ना मुसलमान गुरु नानक पातशाह ने संवाद किया। किन्हां नाल कीता? योगियां नाल, सिद्धां नाल, वेदांतियां नाल, वैष्णवां नाल, बोधियां नाल, जैनियां नाल। और वड्डी गल यह है कि सिमैटिक रिलीजनस नाल भी गुरु नानक पातशाह ने संवाद किया। जेड़े रिलीजन अरब वाले ने, मुसलमान धर्म वाले, उन्हां नाल भी गुरु नानक पातशाह ने संवाद किया। सूफियां नाल संवाद किया, मौलानियां नाल संवाद किया, पंडितां नाल संवाद किया। बुनियाद उहदी सी कि ना को हिंदू ना मुसलमान, शुभ अमलों बाजों दोनों रोई। ये बुनियाद, ये फलसफा लैके और फिर संवाद करने वास्ते मोटे तौर पर मैं सारी फहरिस्त तो नहीं शायद दस सकां, पर गुरु नानक पातशाह मुल्तान गए, पाकपतन गए, हरिद्वार गए, कुरुक्षेत्र गए, बनारस गए,
गया गए, पुरी गए, नेपाल गए, सिलोन गए, तिब्बत गए, मक्का गए, मदीना गए, बगदाद गए, काबुल गए और होर कई थावां ते गुरु नानक पातशाह ले गए। सारा जिहड़ा गुरु नानक पातशाह दियां यात्रावां ने, आम तौर पर कहा जाता है कि गुरु नानक पातशाह ने तकरीबन 35,000 किलोमीटर का सफ़र किया और गुरु नानक पातशाह एक अंदाजे मुताबक 27 तो 30 साल घर तो बाहर रहे ने। किस वास्ते? संवाद करने वास्ते। सब नाल संवाद गुरु नानक पातशाह ने रचाया है। तुसी सारे साखियां पढ़ते हो, सारे संवाद नूं जानते हो। जिथे गए ने, हरिद्वार गए ने संवाद, कुरुक्षेत्र गए ने संवाद, मक्के गए ने संवाद, किसी थां ते गुरु नानक पातशाह। और इत्थे तक कई थावां ते ऐसे संवाद भी ने जिथे खतरा बहुत है, जिथे सिर तली ते धरन वाली गल है संवाद करना, गल करना या उन्हां नाल राबता कायम करना, उत्थे भी गुरु नानक पातशाह ने संवाद रचाया है। तो मैं गुरु नानक पातशाह नूं संवादवादी गुरु मनदा, जिहड़े संवाद दे मोढी ने। 5 सदियां पहला जिहड़ा संवाद, एक दो गल्लां मेरे मन च होर ने जिहड़ी साडे नाल ताल्लुक रखदियां ने। पहली गल, संवाद क्यों जरूरी हुंदा है, क्यों जिंदगी विच संवाद जरूरी है? तो मैनूं लगदा है पहली गल, इहदा विस्तार तुसी पढ़ोगे, गल्लां चों तुहानूं भी समझ आएगा जदों तुसी पढ़ना पढ़ोगे ध्यान नाल। मैनूं लगदा है कि गुरबाणी दा एक नुकता जपजी साहब विच समोया होया है, किव सचियारा हुई है, किव कूड़े टुटे पाल। मैं मनदा कि सचियार होने लई संवाद करना बहुत जरूरी है। बिना संवाद दे सचियार होना औखा है। तो पहली गल मैनूं ये लगदी है कि संवाद की अवस्था ही सचियार होने की अवस्था होंदी है। जे संवाद नहीं तो सचियार होना बहुत औखा है, शायद असंभव होवे। मैं ये महसूस करदा कि जे बंदा संवादी नहीं है, जे वो संवाद नहीं करता, जे वो डायलॉग नहीं करता, जे वो मोनोलॉगिस्ट है, तो सच जानो वो सचियार नहीं हो सकता। इस वास्ते संवाद जरूरी इस वास्ते है कि मैं सचियार की अवस्था तक पहुँचना चाहता, और सचियार की अवस्था तक पहुँचने लई संवाद करना बहुत जरूरी है। दूसरी गल ध्यान रखना, कभी जिंदगी विच परख के देख लेना, मैं ये मनदा कि संवाद तो टुटिया बंदा इकहरा हुंदा है, संवाद ना करने वाला बंदा एक पासड़ हुंदा है। संवाद ना करने वाला बंदा इकहरा हुंदा है, एक पासड़ हुंदा है, और संवाद ना करने वाला बंदा कट्टड़ हो जाता है, तानाशाह हो जाता है, दमनकारी प्रवृत्ति का हो जाता है, और किसी हद तक उहदे विच नफरत का बीज जिहड़ा है वो बोया जा सकता है। इसलिए संवादी होना जरूरी है। अगर असी एक पासड़ नहीं होना चाहते, अगर असी इकहरे नहीं होना चाहते, अगर असी कट्टड़ नहीं होना चाहते, अगर असी तानाशाह प्रवृत्ति दे नहीं होना चाहते, अगर साडी प्रवृत्ति दमनकारी ना होवे, जे ये चाहते हैं तो सच जानो कि संवाद विच विचरना चाहिए। क्योंकि संवाद जिहड़ा है वो बंदे नूं इकहरा नहीं रहन दिंदा, एक पासड़ नहीं रहन दिंदा। और मैं ये समझदा कि जिहड़ा संवादी हुंदा है, गुरु ग्रंथ साहब के फरमान मुताबक वो बहुत सभ्याचारी सोच का धारणी बन जाता है, वो बहुलता का धारणी बन जाता है, प्लूरलिज्म का उहदे विच गुण आ जाता है। इसलिए मैं समझदा कि संवाद बहुत जरूरी है। जे बंदे ने इकहरा नहीं होना, एक पासड़ नहीं होना, तानाशाह प्रवृत्ति उहदे विच ना आवे, ऐसी कोशिश करना है तो संवाद करना जरूरी है। और फिर जिहड़ी मैं पहला गल कही है, जे सचियार की अवस्था तक पहुँचना है तो संवाद बहुत बहुत। दूजी गल कि संवाद करना किद्दां चाहिए या किस तरह हो सकता है, मैनूं ये लगता है कि संवाद करन दी बुनियादी पहली शर्त यह है कि बंदा जिहड़ा है वो बहुलता नूं स्वीकार करे, प्लूरलिटी नूं स्वीकार करे, ये मन्ने कि दुनिया रंग बिरंगी है, ये मन्ने कि दुनिया विच बहुत सारे धर्म ने, सिर्फ मन्ने नहीं, उन्हां दा सत्कार करे, उन्हां धर्मां दा, उन्हां विचारां दा
ਉਹਨਾਂ ਆਈਡੀਆਜ਼ ਦਾ ਸਤਿਕਾਰ ਕਰੇ, ਤਾਂ ਉਹ ਸੰਵਾਦੀ ਹੋ ਸਕਦਾ ਹੈ। ਫਿਰ ਸੰਵਾਦ ਵਿਵਾਦ ਨਹੀਂ ਹੁੰਦਾ, ਇਹ ਗੱਲ ਧਿਆਨ 'ਚ ਰੱਖਣਾ ਹੈ। ਸੰਵਾਦ ਵਿਵਾਦ ਨਹੀਂ ਹੁੰਦਾ। ਵਿਵਾਦ ਵਿੱਚ ਦੂਜੇ ਨੂੰ ਨੀਵਾਂ ਕਰਨਾ ਹੁੰਦਾ ਹੈ, ਸੰਵਾਦ ਵਿੱਚ ਦੂਜੇ ਨੂੰ ਉੱਚਾ ਕਰਨਾ ਹੁੰਦਾ ਹੈ, ਦੂਜੇ ਨੂੰ ਸਤਿਕਾਰ ਦੇਣਾ ਹੁੰਦਾ ਹੈ। ਸੰਵਾਦ ਤਾਂ ਹੁੰਦਾ ਹੈ ਜੇ ਦੂਸਰੇ ਨੂੰ ਅਸੀਂ ਬਰਾਬਰ ਮੰਨੀਏ ਜਾਂ ਆਪਣੇ ਤੋਂ ਵੱਡਾ ਮੰਨੀਏ, ਤਾਂ ਸੰਵਾਦ ਸ਼ੁਰੂ ਹੁੰਦਾ ਹੈ। ਮੈਂ ਕਿਸੇ ਨਾਲ ਸੰਵਾਦ ਕਿਉਂ ਕਰਾਂਗਾ? ਜਦੋਂ ਮੈਂ ਸਮਝਾਂਗਾ ਕਿ ਯਾਰ ਇਹ ਮੇਰੇ ਤੋਂ ਸਿਆਣਾ ਹੈ, ਜਾਂ ਘੱਟੋ ਘੱਟ ਜਿੰਨਾ ਮੈਂ ਆਪਣੇ ਆਪ ਨੂੰ ਸਿਆਣਾ ਸਮਝਦਾ ਉਨਾ ਸਿਆਣਾ, ਇਸ ਵਾਸਤੇ ਸੰਵਾਦ। ਤੇ ਜੇ ਮੈਂ ਹੰਕਾਰ 'ਚ ਹੋਵਾਂਗਾ ਤਾਂ ਮੈਂ ਵਿਵਾਦ ਕਰਾਂਗਾ। ਜੇ ਮੈਂ ਦੂਜੇ ਦਾ ਸਤਿਕਾਰ ਕਰਨਾ ਸਿੱਖ ਜਾਵਾਂਗਾ, ਸਵੀਕਾਰਨਾ ਸਿੱਖ ਜਾਵਾਂਗਾ, ਤਾਂ ਮੈਂ ਸੰਵਾਦ ਕਰਾਂਗਾ। ਮੈਂ ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ ਸਿੱਧ ਗੋਸ਼ਟ 'ਤੇ ਪੂਰੀ ਗੱਲ ਹੋ ਸਕਦੀ ਹੈ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਸੰਵਾਦ ਸ਼ੁਰੂ ਕੀਤਾ ਹੈ ਸਿੱਧਾਂ ਨਾਲ। ਜੇ ਕਦੀ ਤੁਸੀਂ ਸਿੱਧ ਗੋਸ਼ਟ ਦਾ ਅਗਰ ਚੈਪਟਰ ਤੁਸੀਂ ਪੜ੍ਹੋਗੇ, ਤੁਹਾਨੂੰ ਗੱਲ ਸਮਝ ਆਏਗੀ ਕਿ ਸੰਵਾਦ ਕਰੀਦਾ ਕਿੱਦਾਂ। ਗੁਰੂ ਨਾਨਕ ਕੋਲੋਂ ਪੁੱਛੋ ਕਿ ਕਿਸ ਤਰ੍ਹਾਂ ਸੰਵਾਦ ਹੁੰਦਾ। ਔਰ ਤੀਸਰੀ ਗੱਲ ਜਿਹੜੀ ਸੰਵਾਦ ਦੇ ਹਵਾਲੇ ਨਾਲ, ਕਿ ਸੰਵਾਦ ਦਾ ਪਰਪਸ ਕਿਸੇ ਨੂੰ ਨੀਵਾਂ ਦਿਖਾਉਣਾ ਨਹੀਂ ਹੁੰਦਾ, ਸਗੋਂ ਸਦਭਾਵ ਪੈਦਾ ਕਰਨਾ ਹੁੰਦਾ ਹੈ, ਸਗੋਂ ਸਮਨਵੈ ਪੈਦਾ ਕਰਨਾ ਹੁੰਦਾ ਹੈ, ਸਗੋਂ ਕੋਐਗਜ਼ਿਸਟੈਂਸ ਦੀ ਭਾਵਨਾ ਪੈਦਾ ਕਰਨਾ ਹੁੰਦਾ ਹੈ। ਔਰ ਜੇ ਤੁਹਾਨੂੰ ਇਹ ਲੱਗੇ ਕਿ ਮੈਂ ਸਮਨਵੈ ਤੇ ਸਦਭਾਵ ਦੀ ਭਾਵਨਾ ਨਹੀਂ ਪੈਦਾ ਕਰ ਰਿਹਾ, ਤਾਂ ਸਮਝੋ ਕਿ ਮੈਂ ਵਿਵਾਦ ਕਰ ਰਿਹਾ, ਸੰਵਾਦ ਨਹੀਂ ਕਰ ਰਿਹਾ। ਇਹ 2-3 ਨੁਕਤੇ ਸੰਵਾਦ ਬਾਰੇ। ਔਰ 2 ਗੱਲਾਂ ਆਮ ਤੌਰ 'ਤੇ ਕਹੀਆਂ ਜਾਂਦੀਆਂ ਨੇ, ਉਹ ਹੋਰ ਕਹਾਂਗਾ ਤੁਹਾਨੂੰ। ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਏ ਕਿਛ ਕਹੀਏ। ਇਹ ਸੰਵਾਦ ਦਾ ਮੂਲ ਹੈ। ਜਦ ਤੱਕ ਦੁਨੀਆ 'ਤੇ ਰਹਿਣਾ ਹੈ, ਕੁਝ ਸੁਣਨਾ ਪਏਗਾ ਤੇ ਕੁਝ ਕਹਿਣਾ ਪਏਗਾ। ਔਰ ਸੁਣਨਾ ਪਹਿਲੇ ਹੈ, ਕੁਦਰਤੀ ਸੁਣਨਾ ਜਿਹੜਾ ਹੈ ਉਹ ਪਹਿਲਾਂ ਲਿਖਿਆ, ਕਿਛ ਸੁਣੀਏ ਕਿਛ ਕਹੀਏ। ਇਸ ਲਈ ਸੁਣਨਾ ਔਰ ਕਹਿਣਾ ਇਹ ਸੰਵਾਦ ਦਾ ਮੂਲ ਹੈ। ਔਰ ਦੂਸਰੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਦੱਸਦੀ ਹੈ ਕਿ ਜਦੋਂ ਸੰਵਾਦ ਕਰਨਾ ਹੈ, ਸਾਂਝ ਕੀਜੈ ਗੁਣੇ ਕੇਰੀ, ਛਾੜ ਔਗਣ ਚੱਲੀਏ। ਸੰਵਾਦ ਤਾਂ ਹੋਏਗਾ ਜੇ ਅਸੀਂ ਗੁਣਾਂ ਦੀ ਸਾਂਝ ਕਰਾਂਗੇ, ਜੇ ਸਿਮਿਲੈਰਿਟੀਜ਼ ਲੱਭਾਂਗੇ, ਜੇ ਫਾਲਟਸ ਲੱਭਾਂਗੇ, ਜੇ ਡਿਸਸਿਮਿਲੈਰਿਟੀਜ਼ ਲੱਭਾਂਗੇ ਤਾਂ ਸੰਵਾਦ ਨਹੀਂ ਹੋ ਸਕਦਾ। ਸਿਮਿਲੈਰਿਟੀਜ਼ ਦੀ ਭਾਲ ਕਰਨ ਵਾਲਾ ਸੰਵਾਦੀ ਹੁੰਦਾ ਹੈ। ਮੇਰੇ ਤੇਰੇ 'ਚ ਇਹ ਗੱਲ ਮਿਲਦੀ ਹੈ, ਮੈਂ ਵੀ ਰੱਬ ਦਾ ਉਪਾਸ਼ਕ ਹਾਂ, ਤੂੰ ਵੀ ਰੱਬ ਦਾ ਉਪਾਸ਼ਕ ਹੈ, ਤੇਰੀ ਪੂਜਾ ਪद्धਤੀ ਵੱਖਰੀ ਹੈ, ਮੇਰੀ ਵੱਖਰੀ ਹੈ, ਪਰ ਹਾਂ ਤੇ ਇੱਕੋ ਰੱਬ ਦੇ ਮੰਨਣ ਵਾਲੇ। ਇੱਥੋਂ ਸਿਮਿਲੈਰਿਟੀ, ਸਮਨਵੈ, ਸਦਭਾਵ ਜਿਹੜਾ ਹੈ ਉਹ ਪੈਦਾ ਹੁੰਦਾ ਹੈ, ਤੇ ਬੰਦਾ ਜਿਹੜਾ ਹੈ ਉਹ ਸੰਵਾਦੀ ਹੋ ਸਕਦਾ ਹੈ। ਬਸ ਮੈਂ ਆਖਰੀ ਗੱਲ ਕਰਕੇ ਸਮਾਪਤੀ ਕਰਾਂਗਾ। ਦੇਖੋ, ਮੈਂ ਹੋਰ ਸੰਵਾਦ ਦੀ ਗੱਲ ਕਰ ਸਕਦਾ, ਪਰ ਮੈਂ ਇਸ ਵੇਲੇ ਇੱਕ ਖਾਸ ਸੰਵਾਦ ਦੀ ਗੱਲ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇੱਕ ਅਲੌਕਿਕ ਵੱਖਰੇ ਕਿਸਮ ਦਾ ਸੰਵਾਦ ਮਿਲਦਾ ਹੈ। ਕਦੀ ਤੁਸੀਂ ਧਿਆਨ ਨਾਲ ਪੜ੍ਹਨਾ, ਬਾਬਾ ਫਰੀਦ ਦੀ ਬਾਣੀ ਪੜ੍ਹੋ। 130 ਸ਼ਲੋਕ ਨੇ, ਬਾਬਾ ਫਰੀਦ ਹੈਡਿੰਗ ਹੈ, ਪਰ 18 ਸ਼ਲੋਕ ਗੁਰੂਆਂ ਦੇ ਨੇ। 18 ਸ਼ਲੋਕ ਉਹਦੇ ਵਿੱਚ ਗੁਰੂਆਂ ਦੇ ਨੇ। ਗੁਰੂਆਂ ਦੇ 18 ਸ਼ਲੋਕ 130 ਬਾਬਾ ਫਰੀਦ ਦੇ ਸ਼ਲੋਕਾਂ ਦੇ ਹੈਡਿੰਗ ਥੱਲੇ ਨੇ। ਕਾਰਨ ਕੀ ਹੈ ਕਿ ਬਾਬਾ ਫਰੀਦ ਦੀ ਬਾਣੀ ਨਾਲ ਗੁਰੂ ਸਾਹਿਬਾਨ ਸੰਵਾਦ ਰਚਾ ਰਹੇ ਨੇ। ਮੈਂ ਉਹ ਸੰਵਾਦ ਤੁਹਾਨੂੰ ਸੁਣਾਵਾਂਗਾ ਥੋੜ੍ਹਾ ਜਿਹਾ। ਸੰਵਾਦ ਰਚਾ ਰਹੇ ਨੇ, ਮੈਂ ਹੁਣੇ ਉਸ ਗੱਲ ਨੂੰ ਮੁਕਾ ਦਿੰਦਾ। ਬਾਬਾ ਫਰੀਦ ਕਹਿੰਦੇ ਨੇ, ਪਾੜ ਪਟੋਲਾ ਤਜ ਕਰੀ, ਕਮਲੜੀ ਪਹਿਰਿਓ, ਜਿੰਨੀ ਵੇਸੀ ਸੋਹ ਮਿਲੈ ਸਹੀ ਵੇਸ ਕਰਿਓ। ਮੈਨੂੰ ਦਿਲ ਕਰਦਾ ਹੈ ਕਿ ਮੈਂ ਆਪਣੇ ਕੱਪੜੇ ਫਾੜ ਦਿਆਂ। ਪਾੜ ਪਟੋਲਾ ਤਜ ਕਰੀ, ਕੰਬਲੜੀ ਪਹਿਰਿਓ, ਮੈਂ ਕੰਬਲ ਜਿਹਾ ਧਰ ਲਵਾਂ, ਜਿੰਨੀ ਵੇਸੀ ਸੋਹ ਮਿਲੈ ਸਹੀ ਵੇਸ ਕਰਿਓ। ਇਹਦੇ ਅੱਗੇ ਸ਼ਲੋਕ ਹੈ ਗੁਰੂ ਸਾਹਿਬ ਦਾ, ਕਾਏ ਪਟੋਲਾ ਪਾੜਤੀ ਕਮਲੜੀ ਪਹਿਰਿਓ। ਕਿਉਂ ਫਾੜਦਾ ਕੱਪੜੇ ਬਾਬਾ ਫਰੀਦ? ਦੇਖੋ, ਧਿਆਨ ਰੱਖਣਾ, ਇਹ ਸੰਵਾਦ ਹੈ। ਇਹਦੇ ਵਿੱਚ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਛੋਟੇ ਵੱਡੇ ਦੀ ਗੱਲ ਨਹੀਂ। ਇੱਕ ਵਿਊ ਹੈ, ਉਹਦੇ ਸਾਹਮਣੇ ਦੂਸਰਾ, ਇੱਕ ਥੀਸਿਸ ਹੈ, ਇੱਕ ਉਹਦੇ ਸਾਹਮਣੇ ਦੂਜੀ ਥੀਸਿਸ ਉਹਦੇ ਸਾਹਮਣੇ ਆ ਰਹੀ ਹੈ। ਕਾਏ ਪਟੋਲਾ ਪਾੜਤੀ ਕਮਲੜੀ ਪਹਿਰਿਓ, ਘਰ ਹੀ ਬੈਠਿਆਂ ਸੋਹ ਮਿਲੇ ਜੇ ਨੀਅਤ ਰਾਸ ਕਰਿਓ। ਕੱਪੜੇ ਫਾੜਨ ਦੀ ਕੀ ਲੋੜ ਹੈ ਬਾਬਾ ਫਰੀਦ? ਹਾਂ, ਇਹ ਧਿਆਨ ਰੱਖਣਾ ਕਿ ਬਾਬਾ ਫਰੀਦ ਵਰਗਾ ਭਗਤ, ਬਾਬਾ ਫਰੀਦ ਵਰਗਾ ਸਿਰੜੀ ਭਗਤ, ਜਿਹੜਾ ਪੁੱਠਾ ਵੀ ਲਟਕ ਗਿਆ ਸੀ ਰੱਬ ਨੂੰ ਮਿਲਣ ਵਾਸਤੇ ਖੂਹ ਵਿੱਚ। ਇਤਿਹਾਸਕਾਰ ਦੱਸਦੇ ਨੇ ਕਿ ਪੁੱਠਾ ਲਟਕਿਆ ਰਿਹਾ ਕਿ ਮੈਂ ਅੱਲਾ ਨੂੰ ਮਿਲਣਾ, ਮੈਂ ਰੱਬ ਨੂੰ ਮਿਲਣਾ। ਉਹਦੀ ਭਗਤੀ ਸਿਖਰ ਦੀ ਹੈ। ਪਰ ਇੱਥੇ ਸੰਵਾਦ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸੰਵਾਦ ਦਰਜ ਹੈ।
पाड़ पटोला तज करी कंबल दी पैरियो, मैं तो कपड़े फाड़ देने ने, कंबल रख लेना है। जिन्नी वेसी सोह मिलै सही वेस करियो। अगे गुरु साहब का फरमान है, काए पटोला पाड़ती कमलड़ी पहरियो, घर ही बैठिया सोह मिलै जे नीयत रास करियो। ना पाड़ कपड़े, घर बैठ के अगर अपनी नीयत असी अच्छी कर लीए तो भी रब की प्राप्ति हो सकती है। एक होर श्लोक बाबा फरीद का बहुत खूबसूरत है। वो कहते ने, पहले पैरे फुलड़ा फल पी पछा रात, जो जागन लहन सो साई कन्नो दात। बाबा फरीद रातां च जागदा सी रब नूं मिलण वास्ते। कहते ने पहले पैरे फुलड़ा फल पी पछा रात, पहले फुल हुंदा है, फिर पिछली रात अगली रात वो फुल बन जाता है, जिहड़ा है फल बन जाता है। पहले पैरे फुलड़ा फल पी पछा रात, जो जागन लहन सो साई कन्नो दात। गुरु साहब उहदे नाल संवाद कर रहे हैं। और याद रखना, ये संवाद 300 साल बाद हो रहा है, बाबा फरीद नहीं हैगा। बाबा फरीद जा चुके ने 12वीं शताब्दी, और गुरु साहब जिहड़े ने 15वीं शताब्दी 1469 च गुरु नानक पातशाह का प्रकाश है। और लेकिन उसकी बाणी नाल संवाद हो रहा है, उसके कपलेट्स नाल संवाद हो रहा है। वो कहते हैं कि पहले पैरे फुलड़ा फल पी पछा रात, जो जागन लहन सो साई कनो। जेड़े रातां नूं जागदे ने परमात्मा उन्होंने मिलता है, रब उन्होंने मिलता है, अल्लाह उन्होंने मिलता है। गुरु साहब कहते ने, राती साहिब संधियां क्या चले तिस नाल। राती साहिब संधियां, रातां ते उस परमात्मा दियां ने। राती साहिब संधियां क्या चले तिस नाल, एक जागन दे नाल हैन, एक ना सुतियां दे उठाल। ये तो उस परमात्मा की मर्जी है। रातां तो उहदियां ने, उहदी मर्जी आवे तो वो जागण वाले नूं मेहरां कर देवे, ते जे उहदी रज़ा हो जाए तो जिहड़ा सुत्ता पिया उन्होंने ये डायलॉग गुरु साहिबान का। ते एक होर एक श्लोक है बाबा फरीद का, तन तपे तनूर ज्यों बालन हड बलन। तन तपे तनूर ज्यों, मैं अपना शरीर तंदूर वर्गा तपा सकदा, तपा लवांगा, या जिस तरह भी वो भगती की गल करते हैं। बालन हड बलन सिर पैरी, पैरी थक्का सिर जुला, जे मुँह प्री मिलन। जे मनु रब ने मिलना होवे और मनु पता होवे तो मैं अपना तन तपा लवां, मैं अपनियां हड्डियां साड़ लवां, और जे मेरे पैर थक जान तो मैं सिर दे बल तुर के जावांगा। गुरु साहब अगला श्लोक उन्होंने वो कहते ने कि तन ना तपाए तनूर ज्यों बालन हड ना बाल। इन्नी सख्त भगती बाबा फरीद, तेरी नमस्कार है तेरी भगती नूं, पर इन्नी सख्त भगती हर एक दे वस दी नहीं। तन ना तपाए तनूर ज्यों बालन हड ना बाल, सिर पैरी क्या फेड़िया अंदर पिरी संभाल। पैरां नाल जा सिर नाल जा ये गल वखरी है, पर जे उन्होंने अंदर निहाल, अंदर पिरी निहाल, जे पिर नूं परमात्मा नूं अंदर वसा लवें तो शायद तन नूं तपाण दी इस तरह की सख्ती के दौर चों गुजरन की लोड़ ना पवे। ये संवाद गुरु ग्रंथ साहब की बाणी चों भगत कबीर के श्लोक तुसीं पढ़ोगे, कई श्लोक उहदे विच गुरु साहिबान दे ने, मैं उस तफसील च नहीं जावांगा। एक श्लोक तुहानूं सुनाना चाहता संवाद दे, ये सारी गल मैं संवाद के हवाले नाल कर रहा, जिहड़ा संवाद गुरु ग्रंथ साहब की बाणी च हो रहा। एक तुहानूं कमाल दा संवाद सुणांदा। कबीर जी 1398 उन्हां दा जन्म मन्निया जाता है, और 119 साल उन्होंने उम्र मन्नी जाती है। जिन्नी भी है इतिहासकारां दा उहदे विच कई दो राय रखते हैं, पर भगत नामदेव और भगत त्रिलोचन ये दोवें भगत 1260 1270 विच इन्हां दा जन्म हुंदा। तो फर्क हो गया ना, 150 साल बाद संवाद दी कबीर जी लिखते पे ने। कबीर जी की लिखते हैं, क्योंकि इतिहासक तौर पर भी ये गल सच है कि त्रिलोचन जी और भगत नामदेव जी दोस्त सन। त्रिलोचन नामदेव जी को आके रब दियां गल्लां करदा सी, और नामदेव जी बहुत प्रसिद्ध सन। हौली हौली त्रिलोचन जी भी बहुत प्रसिद्ध हो गए, पर त्रिलोचन नामदेव जी को आके सवाल पूछया करते सन, संवाद करया करते सन।
ਇੱਕ ਦਿਨ ਦਾ ਦੋਹਾਂ ਦਾ ਸੰਵਾਦ ਜਿਹੜਾ ਹੈ ਉਹ ਕਬੀਰ ਜੀ ਨੇ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਕੀਤਾ ਹੈ। ਤੁਸੀਂ ਹੈਰਾਨ ਹੋਵੋਗੇ, ਸੰਵਾਦ ਤਰਲੋਚਨ ਭਗਤ ਵਿੱਚ ਔਰ ਨਾਮਦੇਵ ਭਗਤ ਵਿੱਚ ਹੋਇਆ। ਹੋਇਆ ਕੀ ਕਿ ਉਹ ਜਦੋਂ ਜਾਂਦਾ ਸੀ ਨਾਮਦੇਵ ਜੀ ਕੋਲ ਤਾਂ ਉਹ ਕਪੜਾ ਛਾਪ ਰਹੇ ਹੁੰਦੇ ਸਨ, ਉਹ ਕੋਈ ਨਾ ਕੋਈ ਕਟਾਈ ਸਿਲਾਈ ਕਰ ਰਹੇ ਹੁੰਦੇ ਸਨ ਭਗਤ ਨਾਮਦੇਵ ਜੀ। ਤਾਂ ਤਰਲੋਚਨ ਇੱਕ ਦਿਨ ਕਹਿਣ ਲੱਗੇ ਕਿ ਮੈਂ ਜਦੋਂ ਆਂਦਾ ਤੁਸੀਂ ਕੱਪੜੇ ਛਾਪ ਰਹੇ ਹੁੰਦੇ ਹੋ, ਛਾਪਾ ਮਾਰ ਰਹੇ ਹੁੰਦੇ ਹੋ ਨਾ, ਉਹਨਾਂ ਦਾ ਕੰਮ ਸੀ ਇਹ, ਤੁਸੀਂ ਰੱਬ ਦੀ ਭਗਤੀ ਕਦੋਂ ਕਰਦੇ ਹੋ? ਤਾਂ ਉਸ ਫਿਲਾਸਫੀ ਨੂੰ, ਜਿਹੜੀ ਫਿਲਾਸਫੀ ਗੁਰੂ ਗ੍ਰੰਥ ਸਾਹਿਬ 'ਚ ਹੈ, ਹੱਸਣਦਿਆਂ ਖੇਲਣਦਿਆਂ ਖਾਵਣਦਿਆਂ ਪਹਿਨਣਦਿਆਂ ਵਿੱਚੇ ਹੋਵੇ ਮੁਕਤ, ਉਹੀ ਗੱਲ ਕਬੀਰ ਜੀ ਦੀ ਇਹ ਕੰਪੋਜੀਸ਼ਨ ਹੈ ਨਾਮਦੇਵ ਜੀ ਔਰ ਤਰਲੋਚਨ ਜੀ ਦੇ ਸੰਵਾਦ ਦੀ। ਉਹ ਕਹਿੰਦੇ ਨੇ ਨਾਮਾ, ਤਰਲੋਚਨ ਕਹਿ ਰਹੇ ਨੇ, ਨਾਮਾ ਮਾਇਆ ਮੋਹਿਆ, ਇਹ ਨਾਮਦੇਵ ਨੂੰ ਕਹਿ ਰਹੇ ਨੇ ਤੂੰ ਮਾਇਆ ਦਾ ਮੋਹਿਆ ਗਿਆ। ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ, ਕਾਹੇ ਛਿਪੋ ਛਾਇਲੇ ਰਾਮ ਨਾ ਲਾਵੋ ਚੀਤ। ਇਹ ਕੀ ਹੁੰਦਾ? ਜਦੋਂ ਮੈਂ ਆਨਾ ਤੂੰ ਛਾਪੇ ਮਾਰੀ ਜਾਣਾ, ਤੂੰ ਕੰਮ ਕਰੀ ਜਾਣਾ, ਹੈ ਨਾ। ਤੇ ਨਾਮਾ ਮਾਇਆ ਮੋਹਿਆ ਕਹੇ ਤਿਲੋਚਨ ਮੀਤ, ਕਾਹੇ ਛਿਪੋ ਛਾਇਲੇ ਰਾਮ ਨਾ ਲਾਵੋ ਚੀਤ। ਤਾਂ ਨਾਮਦੇਵ ਜੀ ਜਵਾਬ ਦਿੰਦੇ ਨੇ, ਸੰਵਾਦ ਹੋ ਗਿਆ ਨਾ, ਇਹ ਸੰਵਾਦ ਕਬੀਰ ਜੀ ਨੇ ਲਿਖ ਦਿੱਤਾ। ਨਾਮਾ ਕਹੇ ਤਿਲੋਚਨਾ ਮੁਖਤੇ ਰਾਮ ਸਮਾਲ, ਨਾਮਾ ਕਹੇ ਤਿਲੋਚਨਾ ਮੁਖਤੇ ਰਾਮ ਸਮਾਲ, ਹਾਥ ਪਾਂਵ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮੈਂ ਤੈਨੂੰ ਗੱਲ ਸਮਝ ਨਹੀਂ ਆਈ ਤਰਲੋਚਨ, ਮੈਂ ਤਾਂ ਹੱਥ ਨਾਲ ਆਪਣੀ ਕਿਰਤ ਕਰ ਰਿਹਾ, ਮੈਂ ਤਾਂ ਦੁਨੀਆਦਾਰੀ ਬੱਧਾ ਹੋਇਆ ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਕੰਮ ਕਰ ਰਿਹਾ, ਪਰ ਮੇਰੀ ਜ਼ੁਬਾਨ ਔਰ ਮੇਰਾ ਚਿੱਤ ਜਿਹੜਾ ਹੈ ਉਹ ਅਕਾਲ ਪੁਰਖ ਨਾਲ ਲੱਗਿਆ। ਸੰਵਾਦ ਰਾਹੀਂ, ਔਰ ਸੰਵਾਦ ਵੀ ਦੇਖੋ ਇੱਕ ਸਦੀ ਦੇ ਵਕਫੇ ਤੋਂ ਬਾਅਦ ਇਹ ਸੰਵਾਦ ਹੋ ਰਿਹਾ ਹੈ, ਇਹ ਸੰਵਾਦ ਲਿਖਿਆ ਜਾ ਰਿਹਾ ਕਬੀਰ ਜੀ ਦੁਆਰਾ, ਇਹ ਕਬੀਰ ਜੀ ਦੇ ਸ਼ਲੋਕ ਨੇ, ਪਰ ਇਹਦੇ ਵਿੱਚ ਸੰਵਾਦ ਭਗਤ ਨਾਮਦੇਵ ਦਾ ਔਰ ਭਗਤ ਤਰਲੋਚਨ ਜੀ ਦਾ ਸੰਵਾਦ ਹੈ। ਮੈਂ ਹੋਰ ਗੱਲਾਂ ਨਹੀਂ ਕਹਾਂਗਾ, ਪਹਿਲਾਂ ਹੀ ਮੈਂ ਟਾਈਮ ਜ਼ਿਆਦਾ ਲੈ ਚੁੱਕਾ। ਮੈਂ ਗੱਲ ਇਹੀ ਕਹਿਣੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਸੰਵਾਦ ਦਾ ਗ੍ਰੰਥ ਹੈ। ਗੁਰੂ ਗ੍ਰੰਥ ਸਾਹਿਬ ਸੰਵਾਦ ਲਈ ਪ੍ਰੇਰਨਾ ਦਿੰਦਾ ਹੈ, ਸੰਵਾਦ ਦੀ ਤਰਜਮਾਨੀ ਕਰਦਾ ਹੈ, ਸੰਵਾਦ ਦਾ ਮੁਦਈ ਹੈ। ਔਰ ਇਹ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ ਕਿ ਜਿਹੜਾ ਸੰਵਾਦ ਵਿੱਚ ਨਹੀਂ ਉਹ ਸਚਿਆਰ ਨਹੀਂ ਹੋ ਸਕਦਾ, ਜਿਹੜਾ ਸੰਵਾਦ ਵਿੱਚ ਨਹੀਂ ਉਹ ਇਕਹਿਰਾ ਰਹਿ ਜਾਏਗਾ, ਉਹ ਇੱਕ ਪਾਸੜ ਹੋ ਜਾਏਗਾ। ਜੇ ਦੁਨੀਆ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਆਲਾਏ, ਆਪ ਅਸੀਂ ਦੇਖ ਸਕਦੇ ਹਾਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ ਤਿਤੈ ਲਿਓ ਵਾਰ। ਤਾਂ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸੰਵਾਦ ਵਾਲੇ ਪਾਸੇ ਲਾਉਂਦੀ ਹੈ। ਇਸ ਵਾਸਤੇ ਹਮੇਸ਼ਾ ਸੰਵਾਦ ਦੀ ਸਥਿਤੀ ਵਿੱਚ ਵਿਚਰਨਾ ਚਾਹੀਦਾ ਹੈ। ਇਹ ਇੱਕ ਨੁਕਤਾ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਅਹਿਮ ਹੈ, ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।